जी सत श्री अकाल। ਆਪਾਂ ਕੋਲ ਜੋ ਇਹ ਟੌਪਿਕ ਹੈ ਇਲੈਕਟ੍ਰੋਕੈਮਿਸਟਰੀ, ਇਹਦੇ ਵਿੱਚ ਅਸੀਂ ਜੋ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਨੇ ਸਟੂਡੈਂਟਸ ਤੇ ਜਾਂ ਜੋ ਹੋਰ ਸਟੇਟ ਲੈਵਲ ਐਗਜ਼ਾਮਸ ਦੀ ਜੋ ਵੀ ਤਿਆਰੀ ਕਰਦੇ ਨੇ ਕੈਮਿਸਟਰੀ ਦੇ ਵਿੱਚ, ਜਿੱਥੇ ਕਿ ਗ੍ਰੈਜੂਏਸ਼ਨ ਲੈਵਲ ਤੱਕ ਜਾਂ +2 ਲੈਵਲ ਤੱਕ ਬਹੁਤ ਅੱਛੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕੰਸੈਪਟ ਦੀ। ਉਸ ਲਈ ਇਹ ਜੋ ਟੌਪਿਕ ਮੇਰੇ ਕੋਲ ਆਲਰੇਡੀ ਤਿਆਰ ਕੀਤਾ ਹੋਇਆ ਹੈ, ਪੜ੍ਹਾਇਆ ਹੋਇਆ ਹੈ। ਇਹਦੇ ਵਿੱਚ ਅਸੀਂ ਇਹਨੂੰ ਇੱਕ ਥੋਰੋ ਰਿਵੀਜ਼ਨ ਦੇ ਦਿੰਦੇ ਹਾਂ ਤਾਂ ਕਿ ਤੁਹਾਨੂੰ ਇੱਕੋ ਜਗ੍ਹਾ 'ਤੇ ਸਾਰੇ ਦੇ ਸਾਰਾ ਇਲੈਕਟ੍ਰੋਕੈਮਿਸਟਰੀ ਟੌਪਿਕ ਮਿਲ ਜਾਏ, ਇਹਦੀ ਬੇਸਿਕ ਡਿਟੇਲ ਮਿਲ ਜਾਏ ਅਤੇ ਥੋੜ੍ਹਾ ਇਹਦੇ ਵਿੱਚ ਜੋ ਵੀ ਟੈਕਨੀਕਲ ਜਾਂ ਕੰਸੈਪਚੁਅਲ ਚੀਜ਼ਾਂ ਨੇ ਉਹ ਸਾਰੀਆਂ ਇੱਕੋ ਜਗ੍ਹਾ 'ਤੇ ਮਿਲ ਜਾਣ। ਹੁਣ ਇਲੈਕਟ੍ਰੋਕੈਮਿਸਟਰੀ ਕੀ ਹੁੰਦੀ ਹੈ ਕਿ ਜਦੋਂ ਆਪਾਂ ਕਿਸੇ ਵੀ ਕੈਮੀਕਲ ਰਿਐਕਸ਼ਨ ਦੇ ਵਿੱਚ ਫਲੋ ਆਫ ਇਲੈਕਟ੍ਰੋਨਸ ਨੂੰ ਪੜ੍ਹਦੇ ਹਾਂ, ਕਿਉਂਕਿ ਫਲੋ ਆਫ ਇਲੈਕਟ੍ਰੋਨ ਜੇ ਕਿਸੇ ਪਰਟੀਕੂਲਰ ਡਾਇਰੈਕਸ਼ਨ 'ਚ ਹੈਗੇ ਨੇ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਵੀ ਉੱਥੇ ਇਲੈਕਟ੍ਰੀਸਿਟੀ ਜਨਰੇਟ ਹੋ ਰਹੀ ਹੈ। ਅਤੇ ਇਹੀ ਫਲੋ ਆਫ ਇਲੈਕਟ੍ਰੋਨਸ ਜੇਕਰ ਕਿਸੇ ਕੈਮੀਕਲ ਰਿਐਕਸ਼ਨ ਦੇ ਕਰਕੇ ਹੋ ਰਹੇ ਨੇ ਤਾਂ ਕਰਕੇ ਆਪਾਂ ਉਹਨੂੰ ਕਹਿੰਦੇ ਹਾਂ ਕਿ ਇੱਥੇ ਇਲੈਕਟ੍ਰੋਕੈਮਿਸਟਰੀ ਦੀ ਰਿਐਕਸ਼ਨ ਹੈ। ਅਤੇ ਇਹ ਦੋਨੋਂ ਚੀਜ਼ਾਂ ਕੈਮੀਕਲ ਰਿਐਕਸ਼ਨ ਅਤੇ ਫਲੋ ਆਫ ਇਲੈਕਟ੍ਰੋਨ ਰਿਡੌਕਸ ਰਿਐਕਸ਼ਨਸ ਦੇ ਵਿੱਚ ਹੁੰਦੀਆਂ ਨੇ, ਜੋ ਕਿ ਰਿਡਕਸ਼ਨ ਅਤੇ ਆਕਸੀਡੇਸ਼ਨ ਤੋਂ ਮਿਲ ਕੇ ਬਣਿਆ ਇੱਕ ਵਰਡ ਹੈ। ਹੁਣ ਰਿਡੌਕਸ ਰਿਐਕਸ਼ਨਸ ਜਿਹ 'ਚ ਰਿਡਕਸ਼ਨ ਵੀ ਹੁੰਦੀ ਹੈ ਅਤੇ ਆਕਸੀਡੇਸ਼ਨ ਵੀ। ਰਿਡਕਸ਼ਨ ਤੋਂ ਮਤਲਬ ਹੈ ਆਪਣਾ ਕਿ ਗੇਨ ਆਫ ਇਲੈਕਟ੍ਰੋਨਸ, ਅਤੇ ਆਕਸੀਡੇਸ਼ਨ ਤੋਂ ਮਤਲਬ ਹੈ ਲਾਸ ਆਫ ਇਲੈਕਟ੍ਰੋਨ। ਜੇ ਇੱਕ ਸਪੀਸ਼ੀਜ਼ ਲੂਜ਼ ਕਰ ਰਹੀ ਹੈ ਇਲੈਕਟ੍ਰੋਨ ਅਤੇ ਦੂਸਰੀ ਉਹਨੂੰ ਗੇਨ ਕਰ ਰਹੀ ਹੈ ਤਾਂ ਸਰਕਟ ਆਪਣਾ ਪੂਰਾ ਹੋਏਗਾ ਅਤੇ ਇਲੈਕਟ੍ਰੀਸਿਟੀ ਜਨਰੇਟ ਹੋਏਗੀ ਇਲੈਕਟ੍ਰੋਨ ਦੇ ਫਲੋ ਕਰਕੇ। ਇਸ ਦੇ ਵਿੱਚ ਅਸੀਂ ਦੋ ਤਰ੍ਹਾਂ ਦੇ ਸੈੱਲ ਜਿਹ 'ਚ ਰਿਡੌਕਸ ਰਿਐਕਸ਼ਨ ਹੋ ਰਹੀ ਆ, ਉਹ ਦੋ ਤਰ੍ਹਾਂ ਦੇ ਆਪਾਂ ਸਿਸਟਮ ਪੜ੍ਹਦੇ ਹਾਂ। ਇੱਕ ਨੂੰ ਕਹਿੰਦੇ ਇਲੈਕਟ੍ਰੋਕੈਮੀਕਲ ਸੈੱਲ, ਜਿਹ 'ਚ ਕੈਮੀਕਲ ਐਨਰਜੀ ਤੋਂ ਇਲੈਕਟ੍ਰਿਕ ਐਨਰਜੀ ਜਨਰੇਟ ਹੁੰਦੀ ਹੈ। ਦੂਸਰਾ ਹੈ ਇਲੈਕਟ੍ਰੋਲਾਈਟਿਕ ਸੈੱਲ, ਜਿਹਦੇ 'ਚ ਇਲੈਕਟ੍ਰਿਕ ਐਨਰਜੀ ਨੂੰ ਅਸੀਂ ਕੈਮੀਕਲ ਐਨਰਜੀ ਦੇ ਵਿੱਚ ਟਰਾਂਸਫਰ ਕਰਦੇ ਹਾਂ। ਇਲੈਕਟ੍ਰੋਲਿਸਿਸ ਕੀ ਹੈ? ਸਿੰਪਲ ਇਲੈਕਟ੍ਰੋਲਿਸਿਸ ਫਿਨੋਮੀਨਾ is a phenomenon of chemical changes taking place by passage of electric energy from an external source called electrolysis. ਸੋ ਕੈਮੀਕਲ ਚੇਂਜਸ ਹੋ ਰਹੀਆਂ ਨੇ ਬਾਹਰੋਂ, ਜੇ ਆਪਾਂ ਇਲੈਕਟ੍ਰੀਸਿਟੀ ਦਿੱਤੀ ਹੈ ਉਹਦੇ ਕਰਕੇ, ਹੁਣ ਆਪਾਂ ਇਲੈਕਟ੍ਰੋਲਿਸਿਸ ਕਹਿੰਦੇ ਹਾਂ। ਇਹਦੇ 'ਚ ਕੀ ਹੈ ਕਿ ਆਪਾਂ ਬਾਹਰੋਂ ਇਲੈਕਟ੍ਰੀਸਿਟੀ ਸਪਲਾਈ ਕਰ ਰਹੇ ਹਾਂ। ਦੋ ਕੈਥੋਡਸ ਨੇ, ਇੱਕ ਐਨੋਡ ਹੈ ਇੱਕ ਕੈਥੋਡ ਹੈ, ਦੋ ਇਲੈਕਟ੍ਰੋਡਸ ਨੇ। ਕੈਥੋਡ ਕਿਹਨੂੰ ਕਹਿੰਦੇ ਆ? ਜਿਹਦੇ ਵੱਲ ਕਟਾਇਨ ਮੂਵ ਕਰਦੇ ਆ। ਇਹ ਬਹੁਤ ਬੇਸਿਕ ਹੈ ਕਿ ਕਟਾਇਨ ਜਿਸ ਵੱਲ ਵੀ ਮੂਵ ਕਰਨਗੇ ਉਹ ਕੈਥੋਡ ਹੋਏਗਾ, ਅਤੇ ਅਨਾਇਨ ਮਤਲਬ ਨੈਗੇਟਿਵ ਚਾਰਜ ਜਿਹਦੇ ਵੱਲ ਮੂਵ ਕਰਨਗੇ ਉਹ ਐਨੋਡ ਹੋਏਗਾ। ਇਹ ਬੇਸਿਕ ਹੈ ਡੈਫੀਨੇਸ਼ਨ ਕੈਥੋਡ ਐਨੋਡ ਦੀ। ਸੋ ਅਗਰ ਇਲੈਕਟ੍ਰੀਸਿਟੀ ਆਪਾਂ ਸੋਰਸ ਦਿੰਦੇ ਹਾਂ ਤਾਂ ਇਹ 'ਤੇ ਜਿਹੜਾ ਚਾਰਜ ਆਉਂਦਾ ਹੈ ਉਹ ਚਾਰਜ ਦੇ ਕਰਕੇ ਹੀ ਇਹਦੇ ਵਿੱਚ ਸੋਲਿਊਸ਼ਨ ਦੇ ਵਿੱਚੋਂ ਜਿਹੜੇ ਆਇਨਸ ਨੇ ਮੂਵ ਕਰਨਾ ਸ਼ੁਰੂ ਕਰਦੇ ਨੇ। ਉਹ ਹੋ ਸਕਦਾ ਹੈ ਕਿ ਇੱਥੇ ਜਾ ਕੇ ਡਿਪੋਜ਼ਿਟ ਹੋ ਜਾਣ, ਠੀਕ ਹੈ, ਇਹ ਵਾਲੇ ਆਇਨ ਇੱਥੇ ਜਾ ਕੇ ਡਿਪੋਜ਼ਿਟ ਹੋ ਜਾਣ। ਇਹ ਸਾਰੇ ਪ੍ਰੋਸੈਸ ਨੂੰ ਅਸੀਂ ਦੇਖਦੇ ਹਾਂ ਇਲੈਕਟ੍ਰੋਲਾਈਟਿਕ ਸੈੱਲ ਦੇ ਵਿੱਚ। ਪ੍ਰੋਡਕਟ ਆਫ ਇਲੈਕਟ੍ਰੋਲਿਸਿਸ ਆਫ ਐਕੁਅਸ NaOH, ਇਹ ਇੱਕ ਇੰਪੋਰਟੈਂਟ ਕੁਐਸਚਨ ਹੈ, ਇਹਦੇ ਵਿੱਚੋਂ ਆ ਜਾਂਦਾ ਕਈ ਵਾਰੀ। ਹੁਣ ਐਕੁਅਸ NaCl ਹੈ ਮਤਲਬ ਇਹ 'ਚ ਵਾਟਰ ਦੀ ਵੀ ਪ੍ਰੈਜ਼ੈਂਸ ਹੈ ਅਤੇ NaCl ਦੀ ਵੀ ਪ੍ਰੈਜ਼ੈਂਸ ਹੈ। ਇਹ ਇਕੁਇਲਿਬਰੀਅਮ 'ਚ ਰਹੇਗਾ ਅਨਾਇਨਿਕ ਫਾਰਮ ਦੇ ਵਿੱਚ ਸੋਲਿਊਸ਼ਨ 'ਚ, ਅਤੇ ਵਾਟਰ ਵੀ ਆਪਣੇ ਆਟੋ ਡਿਸੋਸੀਏਸ਼ਨ ਕਹਿੰਦੇ ਹਾਂ ਇਹਨੂੰ ਅਸੀਂ, ਕਿ ਵਾਟਰ ਹਮੇਸ਼ਾ ਹੀ ਕੁਛ ਨਾ ਕੁਛ H ਪੋਜ਼ੀਟਿਵ ਅਤੇ OH ਨੈਗੇਟਿਵ 'ਚ ਡਿਸੋਸੀਏਟਡ ਰਹਿੰਦਾ। ਐਟ ਕੈਥੋਡ ਕੀ ਹੋਏਗਾ? ਕੈਥੋਡ ਤੁਹਾਨੂੰ ਪਤਾ ਹੀ ਹੈ ਕਿ ਕਟਾਇਨ ਮੂਵ ਟੂਵਰਡ ਕੈਥੋਡ, ਵਿਚ ਮੀਨਸ ਡੈਟ ਕਿ ਜਿਹੜੇ ਕਟਾਇਨ ਜਿਹਦੇ ਵੱਲ ਮੂਵ ਕਰਨਗੇ ਉਹਨੂੰ ਅਗਰ ਅਸੀਂ ਕੈਥੋਡ ਕਹਿੰਦੇ ਹਾਂ ਤਾਂ ਕੈਥੋਡ 'ਤੇ ਨੈਗੇਟਿਵ ਚਾਰਜ ਹੋਏਗਾ, ਠੀਕ ਹੈ ਜੀ, ਇਸ ਲਈ ਨੈਗੇਟਿਵ ਲਿਖਿਆ ਹੈ। ਹੁਣ ਇੱਥੇ ਜੋ ਕਟਾਇਨ ਨੇ ਆਪਾਂ ਕੋਲ ਸੋਡੀਅਮ ਵੀ ਹੈ ਅਤੇ H ਪੋਜ਼ੀਟਿਵ ਪ੍ਰੋਟੋਨ ਵੀ ਹੈ। ਇਹ ਦੋਨੋਂ ਕੈਥੋਡ ਵੱਲ ਮੂਵ ਕਰ ਸਕਦੇ ਆ। ਇਹ ਦੋਨੋਂ ਜਿਹੜੇ ਕੈਥੋਡ ਵੱਲ ਜਦੋਂ ਜਾਣਗੇ, ਬਟ ਇਹਨਾਂ 'ਚੋਂ ਕੋਈ ਇੱਕ ਜਿਹਦਾ ਕਿ ਰਿਡਕਸ਼ਨ ਪੋਟੈਂਸ਼ੀਅਲ ਹਾਇਰ ਹੋਏਗਾ ਉਹ ਰਿਡਿਊਸ ਹੋਏਗਾ। ਰਿਡਕਸ਼ਨ ਪੋਟੈਂਸ਼ੀਅਲ ਕੀ ਹੈ? ਜਿਹੜਾ ਸੌਖਾ ਰਿਡਿਊਸ ਹੋ ਸਕਦਾ ਇਹਨਾਂ ਦੋਨਾਂ 'ਚੋਂ। ਇਹਨਾਂ ਦੋਨਾਂ ਨੇ ਇਲੈਕਟ੍ਰੋਨ ਗੇਨ ਕਰਨੇ ਆ
लेकिन जिहदी प्रोबेबिलिटी ज़्यादा है कि ये वैसे एनर्जी तो ही डिसाइड होंदा है कि किहदे विच एनर्जी जिहड़ी है वो ज़्यादा लूज़ हुई है। सो रिडक्शन पोटैंशियल वैल्यू ते सानू जाना पैंदा ये देखने दे लई इन्हां दोनों चों किहड़ा रिड्यूस होएगा। तो जिहदी हायर पॉजिटिव ज़्यादा वैल्यू होएगी, मतलब जो सीरीज़ है नैगेटिव तो जीरो तो पॉजिटिव वाल, तो हायर पॉजिटिव वाल जिहड़ी वैल्यू होएगी जिहदी रिडक्शन पोटैंशियल दी ओह रिड्यूस होएगा। सो सोडियम दी रिडक्शन पोटैंशियल दी वैल्यू -2.71 है, प्रोटोन दी 0 है। जीरो वैल्यू ये तो काफ़ी हायर पॉजिटिव है। हाँ, ये तो सानू ये पता लग जाता है कि जो हाइड्रोजन गैस लिबरेट होएगी। हुण इस तरह एनोड ते की रिएक्शन होएगा, अनायन मूव टुवर्ड एनोड। सो एनायंस जिहड़े दोनों ने ये एनोड वाल मूव करनगे तो उत्थे ये जाके इलैक्ट्रॉन अपने लूज करनगे, जिहदे करके ऑक्सीडेशन होएगी एनोड ते इत्थे भी असी यही देखांगे। हुण इत्थे गल सुनने वाली है क्योंकि इत्थे ऑक्सीडेशन होनी है इन्हां दोनों दी, तो ऑक्सीडेशन पोटैंशियल दे टर्म्स दे विच ऑक्सीडेशन पोटैंशियल जिहदा ज़्यादा होएगा उहदी ऑक्सीडेशन होएगी, जां इत्थों उल्ट टर्म्स दे विच असी कह सकते हैं ऑक्सीडेशन पोटैंशियल जिहदा ज़्यादा होएगा उहदी ऑक्सीडेशन होएगी, जां रिडक्शन पोटैंशियल जिहदा घट होएगा उहदी ऑक्सीडेशन होएगी। ठीक है जी। सो लोअर रिडक्शन पोटैंशियल वैल्यू वाला रिड्यूस नहीं होएगा, सगों ऑक्सीडाइज हो जाएगा। तो इन्होंने दोनों के जो रिडक्शन पोटैंशियल की वैल्यू लिखी हुई है, क्योंकि ये सैट किया होया है कि सारिਆਂ ਦੀ ਅਸੀਂ रिडक्शन पोटैंशियल वैल्यू ही लईए। सो रिडक्शन पोटैंशियल वैल्यू ਦੇ ਵਿੱਚ ਜਿਹਦੀ लोअर रिडक्शन पोटैंशियल वैल्यू है वो रिड्यूस नहीं होएगा बल्कि ऑक्सीडाइज होना चाहेगा। सो इत्थे जिहड़ी ऑक्सीडेशन है अपनी ये वाटर दे विचों ਉਹ ਇਹਦੀ होएगी। ठीक है जी। वाटर वाला अपना सिस्टम जिहड़ा है ये जो वाटर दी हाफ सेल रिएक्शन है यदी ऑक्सीडेशन होएगी। सो H2O जिस के OH नैगेटिव भी है आ वाला पार्ट, ठीक है, ये ऑक्सीडाइज होएगा तो इत्थों ऑक्सीजन O2 लिबरेट होएगी। हुण एक पॉइंट च होर बड़ी इंपॉर्टेंट है, कहंदे कि एक जे यही सोल्यूशन दे विच कंसनट्रेशन जिहड़ी है NaCl दी आपां वधाउंदे जाइए ते कंसनट्रेटेड NaCl ले लीए तां उत्थे जिहड़ी ऑक्सीडेशन है ओह वाटर दी होण दी बजाए इस Cl नैगेटिव दी हो जाएगी, मतलब OH नैगेटिव होण दी बजाए Cl नैगेटिव दी हो जाती है तो उत्थे Cl2 लिबरेट हुंदी है। ठीक है जी। सो ये ख्याल रखना कि कदे क्वेश्चन दे विच आ जाए कि बहुत ही डाइल्यूट सोल्यूशन है या उन्होंने लिखा हुआ है कि कंसनट्रेटेड NaCl है। कंसनट्रेटेड NaCl है तो Cl2 लिबरेट होएगी, डाइल्यूट NaCl है तो उत्थे तुहाडी जिहड़ी ऑक्सीजन है वो लिबरेट होएगी। सो ये इंपॉर्टेंट हो गया है काफ़ी। ये जो रीज़न है भी इत्थे ओवर वोल्टेज का जो कंसैप्ट है, वैसे तो एडवांस क्लासिस दे विच हायर क्लासिस दे विच ये होर डिटेल च हुंदा, बट हले इत्थे तुसीं देख सकते हो इन्ना लिख सकते हो कि कंसनट्रेटेड NaCl च Cl2 लिबरेट होने का जो रीज़न है इट इज़ ओवर वोल्टेज। हाँ जी, कंसनट्रेशन सैल की हुंदा ये जदों भी कोई इलैक्ट्रोकैमिकल सैल असी पढ़ते हैं तो वो असी दो तरह के इलैक्ट्रोड रखते हैं, जिदा ये भी है चीज़ आ छोटी बनी हुई है इत्थे। इत्थे दो इलैक्ट्रोड इत्थे जिवें डिप किए हुए एक बीकर च, ये दो इलैक्ट्रोड अगर सेम ही मैटल के होण तां उहनूं असीं कहने आ कंसनट्रेशन सैल, तो उन्हों का इलैक्ट्रोलाइट जिहड़ा है वो भी सेम होवे, बस फर्क कित्थे होवे भी उन्हों की कंसनट्रेशन च फर्क होवे। तो जो ये कंसनट्रेशन सैल है ये कॉपर इलैक्ट्रोड च कॉपर सल्फेट दे विच कॉपर इलैक्ट्रोड समर्ज्ड है जिहदी कंसनट्रेशन C1 है। इधर भी कॉपर इलैक्ट्रोड जो है दूजे बीकर दे विच कॉपर सल्फेट च समर्ज्ड है
ਜਿਹਦੀ ਕੰਸਨਟ੍ਰੇਸ਼ਨ C2 ਹੈ। ਤਾਂ ਇਹ ਕੰਸਨਟ੍ਰੇਸ਼ਨ ਸੈੱਲ ਹੁੰਦਾ ਜੀ। ਇਹਦੀ ਨਰਨਸਟ ਇਕੁਏਸ਼ਨ ਦੀ ਵੈਲਿਊ ਇੱਥੇ C2 ਤੇ C1 ਆ ਜਾਏਗੀ, ਦੋਨਾਂ ਦੀ ਕੰਸਨਟ੍ਰੇਸ਼ਨ ਦੇ ਲਈ। ਪ੍ਰੋਡਕਟ ਦੀ ਕੰਸਨਟ੍ਰੇਸ਼ਨ ਡਿਵਾਈਡ ਬਾਈ ਰਿਐਕਟੈਂਟ ਦੀ ਕੰਸਨਟ੍ਰੇਸ਼ਨ, ਜੋ ਕਿ ਆਪਾਂ ਲਿਖਦੇ ਹੁੰਦੇ ਹਾਂ ਨਰਨਸਟ ਇਕੁਏਸ਼ਨ 'ਚ। ਇਹ ਕੁਐਸਚਨ ਦੀ ਫਾਰਮ 'ਚ ਹੈ ਤਾਂ ਕਿ ਜਿਹੜੇ +2 ਦੇ ਵੀ ਸਟੂਡੈਂਟ ਨੇ ਉਹਨਾਂ ਨੂੰ ਵੀ ਇਹ 'ਚ ਹੈਲਪਫੁਲ ਹੋਏਗੇ। ਨੋਟਸ ਐਜ਼ ਏ ਨੋਟਸ ਤੁਸੀਂ ਯੂਜ਼ ਕਰ ਸਕਦੇ ਹੋ। ਸਾਲਟ ਬ੍ਰਿਜ ਦੀ ਇੰਪੋਰਟੈਂਸ। ਸਾਲਟ ਬ੍ਰਿਜ ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਜੇ ਤਾਂ ਮੇਰੇ ਕੋਲ ਅੱਗੇ ਇਲੈਕਟ੍ਰੋਕੈਮੀਕਲ ਸੈੱਲ हाँ जी, चलो नहीं आओ इतने ਇਲੈਕਟ੍ਰੋਕੈਮੀਕਲ ਸੈੱਲ ਦੀ ਇੱਕ ਸਿੰਪਲ ਜੋ ਆਪਾਂ ਕੋਲ ਹੁੰਦੀ ਹੈ ਕਿ ਦੋ ਤਰ੍ਹਾਂ ਦੇ ਆਪਾਂ ਕੋਲ ਸੈੱਲ ਹੁੰਦੇ ਆ। ਹਾਫ ਸੈੱਲ ਜੇ ਆਪਾਂ ਇੱਥੇ ਬਣਾ ਲਈਏ ਫਟਾਫਟ, ਇੱਕ ਹਾਫ ਸੈੱਲ ਹੈ, ਠੀਕ ਹੈ ਜੀ, ਤੇ ਇਹਨੂੰ ਇੱਕ ਹੋਰ ਹਾਫ ਸੈੱਲ ਹੈ, ਠੀਕ। ਇਹ ਦੋਨੋਂ ਅਸੀਂ ਇਲੈਕਟ੍ਰੋਕੈਮੀਕਲ ਸੈੱਲ ਦੇ ਵਿੱਚ ਦੇਖਦੇ ਹਾਂ, ਜਿੱਥੇ ਕਿ ਸਾਡੇ ਕੋਲ ਇੱਕ ਟਿਊਬ ਹੈ ਜੋ ਅਸੀਂ ਅਗਰ ਹਾਂਜੀ, ਤਾਂ ਇੱਕ ਟਿਊਬ ਦੀ ਤਰ੍ਹਾਂ ਇਹਨਾਂ ਦੇ ਵਿੱਚ, ਠੀਕ ਹੈ ਜੀ, ਸਬਮਰਜਡ ਹੋਏਗਾ ਇੱਧਰੋਂ। ਤੁਸੀਂ ਇੱਦਾਂ ਸਮਝ ਸਕਦੇ ਹੋ ਕਿ ਇਹ ਇੱਦਾਂ ਯੂ ਲਾਈਕ ਟਿਊਬ ਜਿਹੜੀ ਆਪਸ 'ਚ ਵੀ ਇਹ रोटेट करना है। चलो हो ਤਾਂ ਤੁਸੀਂ ਸਮਝ ਗਏ ਕਿ ਮੈਂ ਕਿਹਦੀ ਗੱਲ ਕਰ ਰਿਹਾ ਇੱਥੇ, ਠੀਕ ਹੈ ਜੀ। ਇਹਨੂੰ ਥੋੜ੍ਹਾ ਜਿਹਾ ਇੱਦਾਂ ਜੋੜ ਸਕਦੇ ਹਾਂ ਇਸ ਤਰ੍ਹਾਂ ਦੀ ਕਿ ਯੂ ਲਾਈਕ ਟਿਊਬ ਹੈ ਜਿਹੜੀ ਦੋਨੋਂ ਬੀਕਰਸ ਦੇ ਵਿੱਚ ਹੋਏਗੀ। ਇਹਦੇ ਵਿੱਚ ਆਪਣੇ ਕੋਲ ਇੱਕ 'ਚ ਇਲੈਕਟ੍ਰੋਡ ਹੈ ਜੀ, ठीक है। दूसरे विच भी इलैक्ट्रोड है। ये दोनों इलैक्ट्रोड डिफरेंट हो सकते हैं, अलग कलर भी दे सकते हैं असी। सो चलो ये इलैक्ट्रोड ਕੈਮੀਕਲ ਸੈੱਲ ਦੇ ਵਿੱਚ ਦੋ ਤਰ੍ਹਾਂ ਦੇ ਇਲੈਕਟ੍ਰੋਡ ਨੇ, ਦੋਨੋਂ ਮੈਟਲ ਇਲੈਕਟ੍ਰੋਡ। ਇਹਦੇ ਵਿੱਚ ਇੱਕ ਸੋਲਿਊਸ਼ਨ ਹੋਏਗੀ, ਇਹ 'ਚ ਦੂਸਰੀ ਸੋਲਿਊਸ਼ਨ, ਠੀਕ ਹੈ ਜੀ। ਤੇ ਇਹਨਾਂ ਦੀ ਦੋਨਾਂ ਦੀ ਕੰਸਨਟ੍ਰੇਸ਼ਨ ਵੀ ਅਲੱਗ-ਅਲੱਗ ਹੋ ਸਕਦੀ ਹੈ। ਜੇ ਆਪਾਂ ਕੰਸਨਟ੍ਰੇਸ਼ਨ ਇਹਨਾਂ ਦੋਨਾਂ ਦੀ 1 ਮੋਲਰ ਲਈਏ ਤਾਂ ਅਸੀਂ ਸਿੰਪਲ ਜੋ ਇਲੈਕਟ੍ਰੋਮੋਟਿਵ ਫੋਰਸ ਕੈਲਕੂਲੇਟ ਕਰਦੇ ਹਾਂ। ਇੱਥੇ ਇਲੈਕਟ੍ਰੋਮੋਟਿਵ ਫੋਰਸ ਹੁੰਦੀ ਆ ਇਲੈਕਟ੍ਰੋਡ ਪੋਟੈਂਸ਼ੀਅਲ ਆਫ ਰਾਈਟ ਮਾਈਨਸ ਲੈਫਟ, ਈ ਰਾਈਟ ਮਾਈਨਸ ਈ ਲੈਫਟ, ਜੇ ਇਹਨਾਂ ਦੋਨਾਂ ਦੀ ਕੰਸਨਟ੍ਰੇਸ਼ਨ 1 ਮੋਲਰ ਲੈਂਦੇ ਹਾਂ। ਬਟ ਦਰਅਸਲ ਜਦੋਂ ਵੀ ਰਿਐਕਸ਼ਨ ਸਟਾਰਟ ਹੁੰਦਾ ਤਾਂ ਆਇਨਸ डिपॉजिट करना शुरू कर देंगे तो लिबरेट होना शुरू कर देंगे आयन्स, तो कंसनट्रेशन 1 मोलर नहीं रहिंदी। इस करके सानू बाद विच नरनेस्ट इक्वेशन ते ही जाना पैंदा है। ओके, सो
ਇਹ ਜਿਹੜਾ ਸਾਲਟ ਬ੍ਰਿਜ ਅਸੀਂ ਲਗਾਇਆ ਹੈ ਇਹਨਾਂ ਦੇ ਵਿਚਕਾਰ, ਦੋਨਾਂ ਦੇ ਵਿਚਕਾਰ, ਉਹਦੇ ਕੀ ਫੰਕਸ਼ਨ ਨੇ? ਸਾਲਟ ਬ੍ਰਿਜ ਦੋਨਾਂ ਨੂੰ ਕਨੈਕਟ ਕਰਦਾ ਹੈ। ਸਾਲਟ ਬ੍ਰਿਜ ਮੇਨਟੇਨ ਦਾ ਇਲੈਕਟ੍ਰਿਕ ਨਿਊਟਰੈਲਿਟੀ, ਕਿਉਂਕਿ ਜਦੋਂ ਇੱਕ ਬੀਕਰ ਦੇ ਵਿੱਚ ਪੋਜ਼ਿਟਿਵ ਆਇਨ ਮੰਨ ਲਓ ਇਲੈਕਟ੍ਰੋਡ ਨਾਲ ਜੁੜਨਾ ਸ਼ੁਰੂ ਹੋ ਗਏ ਪੋਜ਼ਿਟਿਵ ਆਇਨ, ਅਤੇ ਦੂਸਰੇ ਪਾਸਿਓਂ ਪੋਜ਼ਿਟਿਵ ਆਇਨ ਨਿਕਲਣਾ ਸ਼ੁਰੂ ਹੋ ਗਏ, ਤਾਂ ਪੋਜ਼ਿਟਿਵ ਆਇਨ ਦੀ ਜਿਹੜੀ ਕੰਸਨਟ੍ਰੇਸ਼ਨ ਹੈ ਵੱਧਦੀ ਜਾਏਗੀ, ਵੱਧਦੀ ਜਾਏਗੀ, ਵੱਧਦੀ ਜਾਏਗੀ। ਇੱਧਰ ਪੋਜ਼ਿਟਿਵ ਆਇਨ ਦੀ ਕੰਸਨਟ੍ਰੇਸ਼ਨ ਘਟਦੀ ਜਾਏਗੀ, ਜਿਹਦੇ ਕਰਕੇ ਇੰਬੈਲੈਂਸ ਕ੍ਰੀਏਟ ਹੋ ਜਾਏਗਾ ਅਤੇ ਐਂਡ ਦੇ ਵਿੱਚ ਇਹ ਸਰਕਟ ਜਿਹੜਾ ਬੰਦ ਹੋ ਜਾਂਦਾ। ਇਸੇ ਇੰਬੈਲੈਂਸ ਨੂੰ ਮੇਨਟੇਨ ਕਰਨ ਦੇ ਲਈ ਆਇਨਸ ਦੀ ਜਿਹੜੀ ਕੰਸਨਟ੍ਰੇਸ਼ਨ ਹੈ ਉਹਨੂੰ ਬਰਾਬਰ ਕਰਨ ਦੇ ਲਈ ਵੀ ਜਿਹੜੇ ਇੱਧਰ ਐਕਸਟਰਾ ਆਇਨ ਹੋ ਗਏ ਅਗਰ ਪੋਜ਼ਿਟਿਵ ਆਇਨ, ਤਾਂ ਉਹ ਇਸ ਦੇ ਥਰੂ ਨਿਊਟਰਲ ਹੋ ਜਾਣ। ਠੀਕ ਹੈ ਜੀ, ਕਿਉਂਕਿ ਕਨੈਕਟ ਕਰਦਾ। ਇਹ ਚੀਜ਼ ਜ਼ਰੂਰੀ ਹੈ ਜੇ ਅਸੀਂ ਇਲੈਕਟ੍ਰੋਕੈਮੀਕਲ ਸੈੱਲ ਨੂੰ ਚੱਲਦਾ ਰੱਖਣਾ ਹੈ। ਨਰਨੈਸਟ ਇਕੁਏਸ਼ਨ ਆਪਾਂ ਲਿਖਦੇ ਹਾਂ ਇਸ ਤਰ੍ਹਾਂ ਕਿ ਮੰਨ ਲਓ ਇਹ ਜੋ ਲੈਫਟ 'ਤੇ ਪੋਰਸ਼ਨ ਲਿਖਿਆ ਹੋਇਆ, ਇਹ ਲੈਫਟ ਹਾਫ ਸੈੱਲ ਦਾ ਆਹ ਨੂੰ ਡਿਸਕਰਾਈਬ ਕਰਦਾ, ਜਿਹਦੇ ਵਿੱਚ ਇਹ ਸੋਲਿਡ, ਉਹ ਤੋਂ ਬਾਅਦ ਸੋਲਿਡ ਅਤੇ ਇੱਥੇ ਲਿਕੁਇਡ ਹੋਏਗਾ, ਅਤੇ ਸੋਲਿਡ ਲਿਕੁਇਡ 'ਚ ਇੰਟਰਫੇਸ ਉਹਦੀ ਆਹ ਇੱਕ ਲਾਈਨ ਇੰਟਰਫੇਸ਼ੀਅਲ ਲਾਈਨ ਹੈ ਸੋਲਿਡ ਅਤੇ ਲਿਕੁਇਡ ਦੀ। ਆਹ ਜ਼ਿੰਕ 2 ਪੋਜ਼ਿਟਿਵ ਐਕੁਅਸ ਸੋਲਿਊਸ਼ਨ ਹੋਊਗੀ ਇਹਦੇ ਵਿੱਚ, ਬੀਕਰ ਦੇ ਵਿੱਚ। ਉਸ ਤੋਂ ਬਾਅਦ ਇਹ ਸਾਲਟ ਬ੍ਰਿਜ ਹੈ, ਜਾਣੀ ਕਿ ਅਸੀਂ ਇੱਥੋਂ ਲੈਫਟ ਤੋਂ ਰਾਈਟ ਚੱਲਦੇ ਹਾਂ। ਸੋਲਿਡ, ਫਿਰ ਇਹ ਇੰਟਰਫੇਸ 'ਤੇ ਸੋਲਿਊਸ਼ਨ, ਫਿਰ ਇਹ ਸਾਲਟ ਬ੍ਰਿਜ, ਫਿਰ ਸੋਲਿਊਸ਼ਨ, ਅਤੇ ਫਿਰ ਆਸ ਲਾਸਟ ਸੋਲਿਡ। ਇਸ ਤਰ੍ਹਾਂ ਸੋਲਿਡ ਅਤੇ ਇਹ ਸੋਲਿਊਸ਼ਨ, ਫਿਰ ਸਾਲਟ ਬ੍ਰਿਜ, ਫਿਰ ਸੋਲਿਊਸ਼ਨ, ਅਤੇ ਲਾਸਟ 'ਚ ਦੂਜਾ ਇਲੈਕਟ੍ਰੋਡ। ਠੀਕ ਹੈ ਜੀ, ਇਹਦੇ ਲਈ ਨਰਨੈਸਟ ਇਕੁਏਸ਼ਨ ਆਪਾਂ ਲਿਖ ਸਕਦੇ ਹਾਂ। ਠੀਕ ਹੈ ਜੀ, ਕੁਛ ਇਸ ਤਰ੍ਹਾਂ ਹੀ ਆਏਗੀ ਇਹ RT/NF, ਨੈਚੁਰਲ ਲੌਗ ਕੰਸਨਟ੍ਰੇਸ਼ਨ ਆਫ ਪ੍ਰੋਡਕਟ ਸੋਲਿਊਸ਼ਨ, ਮਤਲਬ ਆਹ ਵਾਲੀ ਜੋ ਆਇਨਸ ਰਿਜ਼ਲਟੈਂਟ 'ਚ ਨੇ, ਪ੍ਰੋਡਕਟ ਸਾਈਡ ਨੇ, ਅਤੇ ਰਿਐਕਟੈਂਟ ਵਾਲੇ ਆਇਨਸ ਜਿਹੜੇ ਉਹ ਨੀਚੇ ਆਉਣਗੇ, ਇੱਥੇ ਉਹਨਾਂ ਦੀ ਕੰਸਨਟ੍ਰੇਸ਼ਨ ਇਹ ਲਿਖ ਸਕਦੇ। ਵਾਟ ਆਰ ਐਂਟੀ ਰਸਟ ਸੋਲਿਊਸ਼ਨਸ? ਐਂਟੀ ਰਸਟ ਸੋਲਿਊਸ਼ਨ ਬਾਰੇ ਸਿੰਪਲ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਕਿਉਂਕਿ ਰਸਟਿੰਗ ਅਤੇ ਕਰੋਜਨ ਇੱਕ ਇੰਪੋਰਟੈਂਟ ਹੈ ਟੌਪਿਕ। ਇਹ ਕਰੋਜਨ ਨੂੰ ਰੋਕਣ ਦੇ ਲਈ ਹੁੰਦੀ ਹੈ ਸੋਲਿਊਸ਼ਨ। ਠੀਕ ਹੈ ਜੀ, ਜਿਹਦੇ ਵਿੱਚ ਜਨਰਲੀ ਅਲਕਲਾਈਨ ਫਾਸਫੇਟ ਯੂਜ਼ ਕੀਤਾ ਜਾਂਦਾ। ਅਲਕਲਾਈਨ ਸੋਲਿਊਸ਼ਨ ਜੋ ਹੈ ਉਹ ਪੋਜ਼ਿਟਿਵ ਆਇਨਸ ਨੂੰ ਰਿਮੂਵ ਕਰ ਦਿੰਦੀ ਹੈ, ਜਿਸ ਨਾਲ ਕਿ ਉਹ ਐਸਿਡਿਕ ਕੰਟੈਂਟ ਨੂੰ ਘਟਾ ਦਿੰਦੀ ਹੈ, ਅਤੇ ਮੈਟਲ ਜਿਹੜਾ ਹੈ ਉਹ ਰਸਟ ਨਹੀਂ ਹੁੰਦਾ। ਹਾਂਜੀ, ਕਹਿੰਦੇ ਇੱਕ ਕੁਐਸਚਨ ਹੈ ਕਿ ਰਸਟਿੰਗ ਆਫ ਆਇਰਨ ਇਜ਼ ਕੁਇਕਰ ਇਨ ਸੈਲਾਈਨ ਵਾਟਰ ਦੈਨ ਇਨ ਆਰਡੀਨਰੀ ਵਾਟਰ, ਐਕਸਪਲੇਨ। ਸੈਲਾਈਨ ਵਾਟਰ 'ਚ ਕਿਉਂ ਰਸਟਿੰਗ ਜਿਹੜੀ ਹੈ ਉਹ ਫਾਸਟ ਹੁੰਦੀ ਹੈ? ਸਾਲਟ ਵਾਟਰ ਦੇ ਵਿੱਚ ਇਲੈਕਟ੍ਰਿਕ ਕੰਡਕਟੈਂਸ ਵੱਧ ਜਾਂਦੀ ਹੈ, ਕਿਉਂਕਿ ਆਇਨਸ ਜ਼ਿਆਦਾ ਹੁੰਦੇ ਆ ਉਹ 'ਚ, ਹੈ ਨਾ, ਮੋਬਿਲਿਟੀ ਆਫ ਆਇਨਸ ਜ਼ਿਆਦਾ ਹੁੰਦੀ ਹੈ। ਉਸ ਕਰਕੇ ਇਲੈਕਟ੍ਰੋਲਿਟਿਕ ਸੋਲਿਊਸ਼ਨ ਫਾਰਮਡ ਔਨ ਮੈਟਲ ਸਰਫੇਸ। ਠੀਕ ਹੈ, ਇਸ ਤਰ੍ਹਾਂ ਜੋ ਆਇਨਸ ਜ਼ਿਆਦਾ ਹੋਣ ਕਰਕੇ ਹੀ ਕੰਡਕਟਿਵਿਟੀ ਵੱਧ ਜਾਂਦੀ ਹੈ, ਜਿਹਦੇ ਕਰਕੇ ਰਸਟਿੰਗ ਜਿਹੜੀ ਸੀਰੀਅਸ ਪ੍ਰੋਬਲਮ ਬਣ ਜਾਂਦੀ ਹੈ। ਇੱਕ ਕੁਐਸਚਨ ਹੈ ਜਿੱਦਾਂ ਕਿ ਕੈਨ ਵੀ ਸਟੋਰ ਕਾਪਰ ਸਲਫੇਟ ਇਨ ਆਇਰਨ ਕੰਟੇਨਰਸ ਔਰ ਨਾਟ? ਇਹ ਸਿੰਪਲ ਕੁਐਸਚਨ ਤੁਹਾਨੂੰ ਕਿਸੇ ਵੀ ਤਰ੍ਹਾਂ ਪੁੱਛਿਆ ਜਾ ਸਕਦਾ। ਕੋਈ ਵੀ ਸੋਲਿਊਸ਼ਨ ਲਿੱਤੀ ਜਾ ਸਕਦੀ ਹੈ, ਕਾਪਰ ਲੈ ਲਿਆ ਜੀ, ਜ਼ਿੰਕ ਲੈ ਲਿਆ, ਇੱਥੇ ਕੋਈ ਵੀ, ਇੱਥੇ ਆਇਰਨ ਦੀ ਬਜਾਏ ਕੋਈ ਹੋਰ ਹੋ ਸਕਦਾ ਕੰਟੇਨਰ। ਤਾਂ ਤੁਸੀਂ ਇਹੀ ਦੇਖਣਾ ਹੈ ਕਿ ਇਹ ਕਾਪਰ 2 ਪੋਜ਼ਿਟਿਵ ਆਇਨਸ ਦੇ ਵਿੱਚ ਹੈ ਅਤੇ ਆਇਰਨ ਦੇ ਵਿੱਚ ਹੈ। ਹੁਣ ਅਗਰ ਜੇ ਤਾਂ ਕਾਪਰ 2 ਪੋਜ਼ਿਟਿਵ ਦੀ ਆਇਰਨ ਦੇ ਨਾਲ ਆਪਾਂ ਕੰਪੇਅਰ ਕਰਨੀ ਹੈ ਰਿਡਕਸ਼ਨ ਪੋਟੈਂਸ਼ੀਅਲ, ਹਾਂਜੀ। ਜੇ ਤਾਂ ਆਇਰਨ ਦਾ ਰਿਡਕਸ਼ਨ ਪੋਟੈਂਸ਼ੀਅਲ ज़्यादा है तो आयरन रिड्यूस होएगा, जो कॉपर का रिडक्शन पोटेंशियल ज़्यादा है तो कॉपर रिड्यूस होएगा। तो इत्थे देखो इन्हां दोनों वैल्यूज़ के विच, क्योंकि ये वैल्यूज़ सानू इलैक्ट्रो जो कैमिकल सीरीज़ है जो हाइड्रोजन स्टैंडर्ड हाइड्रोजन इलैक्ट्रोड के रिलेशन च बनाई गई है, वो तो आपां नूं पता लगदा कि किहड़ा पावर ज़्यादा रखता है रिड्यूस होने की, किहड़ा घट। हुण इहदी रिडक्शन पोटेंशियल की वैल्यू ज़्यादा है 0.34,
ਤਾਂ ਕਾਪਰ ਰਿਡਿਊਸ ਹੋਏਗਾ ਜਦੋਂ ਆਇਰਨ ਦੇ ਨਾਲ ਰੱਖਿਆ ਜਾਏਗਾ। ਤੇ ਕਾਪਰ 2 ਪੋਜ਼ਿਟਿਵ ਹੈ ਇੱਥੇ, ਕਾਪਰ 2 ਪੋਜ਼ਿਟਿਵ ਤਾਂ ਇਲੈਕਟ੍ਰੋਨ ਲੈ ਕੇ ਰਿਡਿਊਸ ਹੋ ਜਾਏਗਾ, ਤਾਂ ਜਿਹਦੇ ਨਾਲ ਇਹ ਸਾਰਾ ਆਪਸ 'ਚ ਰਿਐਕਟ ਕਰਨ ਲੱਗ ਜਾਏਗਾ। ਇਸ ਕਰਕੇ ਆਪਾਂ ਨਹੀਂ ਸਟੋਰ ਕਰਕੇ ਰੱਖ ਸਕਦੇ। ਠੀਕ ਹੈ, ਇਹਨਾਂ ਦੋਨੋਂ ਨੂੰ ਇੱਦਾਂ ਇਸ ਫਾਰਮ 'ਚ ਨਹੀਂ ਸਟੋਰ ਕਰ ਸਕਦੇ। ਹਾਂ, ਆਇਰਨ ਸਲਫੇਟ ਨੂੰ ਤੁਸੀਂ ਕਾਪਰ ਦੇ ਕੰਟੇਨਰ 'ਚ ਜ਼ਰੂਰ ਸਟੋਰ ਕਰ ਸਕਦੇ ਹੋ। ਠੀਕ ਹੈ ਜੀ, ਆਇਰਨ ਸਲਫੇਟ ਨੂੰ ਕਾਪਰ ਦੇ ਕੰਟੇਨਰ 'ਚ ਸਟੋਰ ਕਰ ਸਕਦੇ ਹੋ ਜ਼ਰੂਰ। ਹਾਂਜੀ, ਇੱਕ ਹੋਰ ਹੈ ਕਿ ਪ੍ਰੋਡਕਟ ਆਫ ਇਲੈਕਟ੍ਰੋਲਿਸਿਸ ਇਨ ਈਚ ਆਫ ਦ ਫੋਲੋਇੰਗ। ਹੁਣ ਜਿੱਦਾਂ ਕਿ ਇੱਕ ਸੋਲਿਊਸ਼ਨ ਹੈ, ਐਕਵਾ ਸੋਲਿਊਸ਼ਨ ਆਫ ਸਿਲਵਰ ਨਾਈਟ੍ਰੇਟ ਵਿਦ ਪਲੈਟੀਨਮ ਇਲੈਕਟ੍ਰੋਡਸ। ਠੀਕ ਹੈ ਜੀ, ਐਕਵਾ ਸੋਲਿਊਸ਼ਨ ਸਿਲਵਰ ਨਾਈਟ੍ਰੇਟ 'ਚ ਸਿਲਵਰ ਆਇਨ ਅਤੇ ਨਾਈਟ੍ਰੇਟ ਆਇਨ ਐਕਵਸ ਬਣਨਗੇ, ਇਹ ਡਿਸੋਸੀਏਟ ਹੋ ਜਾਣਗੇ ਵਾਟਰ ਦੇ ਵਿੱਚ, ਅਤੇ ਵਾਟਰ ਤਾਂ ਕਰੇਗਾ ਹੀ ਕਰੇਗਾ ਆਪਣੇ ਆਪ ਨੂੰ ਇੱਦਾਂ ਡਿਸੋਸੀਏਟ। ਠੀਕ ਹੈ, ਆਟੋ ਆਇਨਾਈਜੇਸ਼ਨ। ਇਹਨਾਂ ਦੋਨਾਂ 'ਚੋਂ ਫਿਰ ਉਹੀ ਚੀਜ਼ ਕਿ ਦੋ ਤਰ੍ਹਾਂ ਦੇ ਕਟਾਇਨ ਬਣ ਰਹੇ ਨੇ, ਦੋਨਾਂ ਦੇ ਵਿੱਚੋਂ ਦੋਨੋਂ ਪੋਜ਼ੀਟਿਵ ਆਇਨ ਨੇ, ਕਟਾਇਨ ਨੇ, ਅਤੇ ਕੈਥੋਡ ਵੱਲ ਮੂਵ ਕਰਨਗੇ, ਅਤੇ ਕਿਹੜਾ ਜ਼ਿਆਦਾ ਰਿਡਿਊਸ ਹੋਊਗਾ ਉੱਥੇ ਉਹ ਡਿਪੈਂਡ ਕਰਦਾ ਉਹਨਾਂ ਦੇ ਰਿਡਕਸ਼ਨ ਪੋਟੈਂਸ਼ੀਅਲ 'ਤੇ। ਸੋ ਇਹਨਾਂ ਦੋਨੋਂ 'ਚ ਰਿਡਕਸ਼ਨ ਪੋਟੈਂਸ਼ੀਅਲ ਜਿਹੜਾ ਹੈ ਸਿਲਵਰ ਦਾ ਜ਼ਿਆਦਾ ਹੈ, ਤਾਂ ਇਹ ਸਿਲਵਰ ਜਿਹੜਾ ਡਿਪੋਜ਼ਿਟ ਹੋਏਗਾ ਕੈਥੋਡ 'ਤੇ। ਇੱਦਾਂ ਹੀ ਅਨਾਇਨ ਦੀ ਗੱਲ ਕਰ ਲਈਏ, ਨਾਈਟ੍ਰੇਟ ਅਤੇ OH ਨੈਗੇਟਿਵ, ਇਹਨਾਂ ਦੋਨਾਂ 'ਚੋਂ ਰਿਡਕਸ਼ਨ ਪੋਟੈਂਸ਼ੀਅਲ ਜਿਹਦਾ ਹੁਣ ਘੱਟ ਹੈ, ਰਿਡਕਸ਼ਨ ਪੋਟੈਂਸ਼ੀਅਲ ਉਹ ਆਕਸੀਡਾਈਜ਼ ਹੋਏਗਾ। ਠੀਕ ਹੈ ਜੀ, ਸੋ ਜਿਹੜੀ ਘੱਟ ਹੈ ਰਿਡਕਸ਼ਨ ਪੋਟੈਂਸ਼ੀਅਲ ਉਹ ਤਾਂ OH ਨੈਗੇਟਿਵ ਦੀ ਹੈ, ਨੈਗੇਟਿਵ 'ਚ ਵੈਲਿਊ ਤੋਂ ਘੱਟ ਰਿਡਕਸ਼ਨ ਪੋਟੈਂਸ਼ੀਅਲ ਹੈ, ਤਾਂ ਇਹ ਰਿਡਿਊਸ ਨਹੀਂ ਹੋਏਗਾ, ਇਹਦੇ ਮੁਕਾਬਲੇ ਸਗੋਂ ਆਕਸੀਡਾਈਜ਼ ਹੋਏਗਾ। ਸੋ ਇਹ ਵਾਲਾ ਆਕਸੀਡਾਈਜ਼ ਹੋਏਗਾ ਤਾਂ O2 ਲਿਬਰੇਟ ਹੋਏਗੀ ਆਪਾਂ ਕੋਲ ਇਸ ਰਿਐਕਸ਼ਨ 'ਚ। ਹੁਣ ਫਿਊਲ ਸੈੱਲ ਜੋ ਹੈ, ਜਿੱਥੇ ਕਿ ਅਸੀਂ H2 ਅਤੇ O2 ਤੋਂ ਵਾਟਰ ਅਤੇ ਇਲੈਕਟ੍ਰੀਸਿਟੀ ਦੀ ਗੱਲ ਕਰਦੇ ਹਾਂ, ਇਹਨੂੰ ਵਾਟਰ ਸਪਲਿਟਿੰਗ ਰਿਐਕਸ਼ਨ ਵੀ ਕਹਿ ਦਿੰਦੇ ਹਾਂ ਆਪਾਂ, ਕਿ ਵਾਟਰ ਨੂੰ ਤੋੜ ਕੇ ਅਸੀਂ H2 ਅਤੇ O2 ਬਣਾ ਸਕਦੇ ਹਾਂ, ਅਤੇ ਉਹਨਾਂ ਨੂੰ ਅਸੀਂ H2 ਨੂੰ ਫਿਊਲ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ। ਤਾਂ ਇਲੈਕਟ੍ਰੀਸਿਟੀ ਦੇ ਨਾਲ ਇਹ ਪੋਸੀਬਲ ਹੈ ਕਿ ਅਸੀਂ ਵਾਟਰ ਨੂੰ ਬ੍ਰੇਕ ਕਰ ਲਈਏ, ਅਦਰਵਾਈਜ਼ ਇਹ ਬੜਾ ਮੁਸ਼ਕਿਲ ਹੈ, ਜਿਹਦੇ ਲਈ ਕੁਛ ਕੈਟਲਿਸਟ ਵੀ ਅੱਜ ਕੱਲ੍ਹ ਰਿਸਰਚ ਦੇ ਵਿੱਚ ਲੱਭੇ ਜਾਂਦੇ ਆ ਕਿ ਜਿਹੜਾ ਵਾਟਰ ਨੂੰ ਆਸਾਨੀ ਨਾਲ ਤੋੜ ਦੇਣ ਅਤੇ ਫਿਊਲ ਦੇ ਵਿੱਚ ਚੇਂਜ ਕਰ ਦੇਣ। ਹੁਣ ਇਹਦੀ ਐਨੋਡਿਕ ਅਤੇ ਕੈਥੋਡਿਕ ਰਿਐਕਸ਼ਨ ਦੇ ਬਾਰੇ ਗੱਲ ਹੈ, ਤਾਂ ਅਸੀਂ ਦੇਖ ਸਕਦੇ ਹਾਂ ਕਿ ਐਨੋਡ ਅਨਾਇਨ ਮੂਵ ਟੂਅਰਡ ਐਨੋਡ। ਸੋ ਜੋ ਅਨਾਇਨ ਨੇ, ਠੀਕ ਹੈ ਜੀ, ਉਹ ਐਨੋਡ 'ਤੇ ਕਿਸ ਤਰ੍ਹਾਂ ਰਿਐਕਟ ਕਰਦੇ ਨੇ ਕਿ OH ਨੈਗੇਟਿਵ ਜੋ ਵਾਟਰ ਦਾ OH ਨੈਗੇਟਿਵ ਹੈ ਉਹ H2 ਦੇ ਨਾਲ ਰਿਐਕਟ ਕਰਕੇ ਇੱਦਾਂ ਇਹ ਵਾਟਰ ਇਹ 'ਚ ਹੋ ਰਿਹਾ ਕਨਵਰਟ। ਇਹ ਕਿਉਂਕਿ ਆਪਾਂ ਰਿਡਕਸ਼ਨ ਦੀ ਫਾਰਮ 'ਚ ਹੀ ਲਿਖਦੇ ਹਾਂ, ਕੋਈ ਵੀ ਆਪਾਂ ਰਿਐਕਸ਼ਨ ਲਿਖਦੇ ਹਾਂ ਰਿਡਕਸ਼ਨ ਦੀ ਫਾਰਮ 'ਚ ਲਿਖਦੇ ਹਾਂ। ਇਹ ਵੀ ਆਪਾਂ ਜੋ ਰਿਐਕਸ਼ਨ ਲਿਖੀ ਹੈ ਇਸ ਤਰ੍ਹਾਂ, ਠੀਕ ਹੈ ਜੀ, ਇਹ ਵੀ ਰਿਡਕਸ਼ਨ ਦੀ ਫਾਰਮ 'ਚ ਲਿਖੀ ਹੈ। ਠੀਕ, ਦੋਨੋਂ ਹਾਫ ਸੈਲ ਰਿਐਕਸ਼ਨਸ ਨੇ। ਹਾਂਜੀ, ਸੌਰੀ, ਇੱਥੇ ਇਲੈਕਟ੍ਰੋਨ ਜੋ ਹੈ ਲੂਜ਼ ਹੋ ਰਹੇ ਆ, ਸੋ ਇਹ ਆਕਸੀਡੇਸ਼ਨ ਹੈ। ਉੱਪਰ ਅਸੀਂ ਆਕਸੀਡੇਸ਼ਨ ਦੀ ਫਾਰਮ 'ਚ ਲਿਖਿਆ ਅਤੇ ਨੀਚੇ ਅਸੀਂ ਰਿਡਕਸ਼ਨ ਦੀ ਫਾਰਮ 'ਚ ਲਿਖਿਆ। ਠੀਕ ਹੈ, ਤਾਂ ਆਕਸੀਡੇਸ਼ਨ ਜੋ ਹੈ ਉਹ ਐਨੋਡ 'ਤੇ ਹੋ ਰਹੀ ਹੈ, ਜੋ ਰਿਡਕਸ਼ਨ ਹੈ ਉਹ ਕੈਥੋਡ 'ਤੇ ਹੋ ਰਹੀ ਹੈ। ਗੇਨ ਆਫ ਇਲੈਕਟ੍ਰੋਨ ਕੈਥੋਡ 'ਤੇ ਹੋ ਰਿਹਾ। ਇਲੈਕਟ੍ਰੋਲਿਸਿਸ ਆਫ ਕਾਪਰ ਸਲਫੇਟ ਯੂਜ਼ਿੰਗ ਕਾਪਰ ਇਲੈਕਟ੍ਰੋਡ। ਹੁਣ ਕਾਪਰ ਸਲਫੇਟ ਜੋ ਹੈ ਇਹਦੇ ਵੀ ਜੋ ਆਇਨਸ ਨੇ ਡਿਸੋਸੀਏਟ ਹੁੰਦੇ ਆ, ਇਹ ਕਾਪਰ ਅਤੇ ਸਲਫੇਟ ਹੈ। ਐਕਵਾ ਸੋਲਿਊਸ਼ਨ ਤਾਂ ਵਾਟਰ ਦੀ ਵੀ ਆਟੋ ਆਇਨਾਈਜੇਸ਼ਨ ਹੋਏਗੀ, ਤਾਂ ਇਹਦੇ ਵਿੱਚ ਵੀ ਸਿਮਿਲਰਲੀ ਕੈਥੋਡ ਦੇ ਲਈ ਦੋ ਤਰ੍ਹਾਂ ਦੇ ਕਟਾਇਨ ਮੌਜੂਦ ਨੇ, ਕਾਪਰ 2 ਪੋਜ਼ਿਟਿਵ ਅਤੇ H ਪੋਜ਼ਿਟਿਵ। ਠੀਕ ਹੈ ਜੀ, ਬਟ ਕਾਪਰ 2 ਪੋਜ਼ਿਟਿਵ ਜਿਹੜਾ ਹੈ ਰਿਡਿਊਸ ਹੋਏਗਾ ਕਿਉਂਕਿ ਉਹਦਾ ਰਿਡਕਸ਼ਨ ਪੋਟੈਂਸ਼ੀਅਲ 0.34 ਹੈ, ਮਤਲਬ ਪੋਜ਼ਿਟਿਵ 'ਚ ਹਾਇਰ ਹੈ। ਇਸੇ ਤਰ੍ਹਾਂ ਐਨੋਡ 'ਤੇ ਅਸੀਂ ਦੇਖਾਂਗੇ, ਹਾਂਜੀ, ਐਨੋਡ 'ਤੇ ਕਾਪਰ ਮੈਟਲ ਜੋ ਹੈ ਉਹ ਇੱਥੋਂ ਦੂਸਰਾ ਇਲੈਕਟ੍ਰੋਡ ਜਿਹੜਾ ਹੈ ਉਹ ਵੀ ਜੇ ਕਾਪਰ ਦਾ ਹੀ ਹੈ,
ਤੇ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਉਹੀ ਕਾਪਰ it is reactive and itself lost electron and go into solution। ठीक है जी। तो ਇਹਦੇ ਵਿੱਚ ਕੀ ਹੋਏਗਾ ਕਿ ਕਾਪਰ कैथोड ਤੇ एनोड ਤੇ लिबरेट होएगा तो इधर ही डिपॉजिट होएगा। एक तरह का सिमिलर क्वेश्चन है पिछे भी देखिए कि असी कैन वी स्टोर 1 मोलर कॉपर सल्फेट सोल्यूशन इन निकल कंटेनर। ठीक है जी। ये भी असी इलैक्ट्रोड पोटेंशियल की वैल्यू तो देख सकते हैं कि कॉपर सल्फेट का रिडक्शन पोटेंशियल ज़्यादा है तो ये रिड्यूस हो जाएगा। सो आप निकल के कंटेनर नहीं रख सकते इनू। फ्री एनर्जी चेंज की है ये किदा रिलेटेड इलैक्ट्रिक वर्क नाल, तां ये फॉर्मूला इहदा है कि बड़ा ही असी यदि हाले थ्योरैटिकल बैकग्राउंड च मैं बहुत ज़्यादा नहीं जा रहा। सो जो फ्री एनर्जी चेंज है इट इज़ इक्वल टू माइनस n नंबर ऑफ इलैक्ट्रॉन जिहड़े पर मोल ट्रांसफर होंदे आ, फैराडे कांस्टेंट ते EMF ऑफ सैल। ठीक है जी। ये तिन्ने पुट करके असी डेल्टा जी की वैल्यू कट सकते हैं। तो जो अपना इक्विलिब्रियम ते नर्नेस्ट इक्वेशन कितना चेंज हो जाती है वही भी गल आप इत्थे कर सकते हैं। मान लो यही है थोड़ी नर्नेस्ट इक्वेशन। इक्विलिब्रियम ते की है इन्हां दोनों की जिहड़ी कंसनट्रेशन है वो बैलेंस हो जाती है। बैलेंस इन द सेंस कि वो आपस च होर चेंज नहीं करती, उन्हां च इक्विलिब्रियम आ जाता, तो उन्हां दी रेशो भी कॉन्सटेंट हो जाएगी। तो रेशो के कॉन्सटेंट होने दे नाल असीं लिख रहे हैं इत्थे ठीक है के सी भी उन्होंने जोड़ा इक्विलिब्रियम कॉन्सटेंट आ गया। तो जो RT/NF है, RT/F है वो वैल्यू तो 0.059 वैल्यू बन जाती है कॉन्सटेंट्स ने उन्होंने मल्टीप्लाई करके। सो ए E0 सैल ये बराबर आ जाएगा इक्विलिब्रियम ते नॉनेस्ट इक्वेशन। हुण कहते जो टिन की कोटिंग की जाए आयरन ते तां की होएगा। ठीक है जी। तो इत्थे आपां देख रहे हैं कि आयरन का रिडक्शन पोटेंशियल -0.44, टिन का रिडक्शन पोटेंशियल -0.14। सो आयरन हैज़ अ लेसर वैल्यू ऑफ रिडक्शन पोटेंशियल, सो इट स्टार्ट ऑक्सीडाइजिंग प्रेफरली टू टिन एंड गेट रस्टड। सो टिन का कोई फायदा नहीं होएगा आपां नूं क्योंकि कि जदों ये दोनों मैटल नूं ऑक्सीजन मिलेगी तो आयरन जिहड़ा है जिहदा कि रिडक्शन पोटेंशियल घट है तो मतलब ऑक्सीडेशन पोटेंशियल ज़्यादा है। सो ऑक्सीडेशन हो जाएगी आयरन की तो वो रस्ट कर जाएगा। द स्टैंडर्ड रिडक्शन पोटेंशियल ऑफ कॉपर 2 पॉजिटिव एंड कॉपर 3 पॉजिटिव अपन दिता होया है विच शुड बी बैटर ऑक्सीडाइजिंग एजेंट इन वाटर। हुण वाटर दे नाल इनू कंपेयर करना है। कंडीशन इन द टू केस विल बी H पॉजिटिव नाल कॉपर 2 पॉजिटिव ते H पॉजिटिव नाल कॉपर 3 पॉजिटिव नूं असीं अगर कंपेयर करना तो इन्हां दोनों के केसिस दे विच असीं देख रहे हैं कि रिडक्शन पोटेंशियल जिहड़ा H पॉजिटिव का ज़्यादा है। ठीक। तो ये बैटर रिड्यूस होएगा, खुद बैटर रिड्यूस होएगा तो बैटर ऑक्सीडाइजिंग एजेंट एक्ट करेगा। ठीक है जी। इन्हां दोनों दे विचों कॉपर 3 पॉजिटिव का रिडक्शन पोटेंशियल ज़्यादा है तो ये रिड्यूस होना चाहेगा, इलैक्ट्रॉन लेना चाहेगा तो करके ये इत्थे कॉपर 3 पॉजिटिव खुद इलैक्ट्रॉन लेगा तो दूजे नूं ऑक्सीडाइज करने की कैपेबिलिटी रखता ज़्यादा, तो इत्थे कॉपर 3 पॉजिटिव बैटर ऑक्सीडाइजिंग एजेंट होगा। ठीक है जी। सो यही चीज़ इत्थे लिखी हुई है। हाँ जी। कैन वी यूज़ एलुमिनियम इन प्लेस ऑफ जिंक फॉर कैथोड प्रोटेक्शन ऑफ रस्टिंग। ओके कहते यस बिकॉज एलुमिनियम इज़ मोर रिएक्टिव दैन आयरन टूवर्ड्स ऑक्सीडेशन। तो एलुमिनियम नूं जिंक दी थां जिंक भी वरत्या जाता है प्रोटैक्शन के लिए, तो एलुमिनियम भी वरत सकते हैं क्योंकि जिंक तो एलुमिनियम दोनों का ही जिहड़ा ऑक्सीडेशन पोटेंशियल है वो आयरन तो ज़्यादा होएगा। तो या दूजे शब्दों कह लो रिडक्शन पोटेंशियल एलुमिनियम तो जिंक का घट होएगा तो ऑटोमैटिकली ऑक्सीडेशन पोटेंशियल ज़्यादा हो जाएगा।
ਤੇ ਇਹ ਆਕਸਾਈਡ ਬਣਾਉਣਗੇ ਐਲੂਮੀਨੀਅਮ ਤੇ ਜ਼ਿੰਕ, ਆਇਰਨ ਬਚਿਆ ਰਹੇਗਾ। ਠੀਕ ਹੈ ਜੀ। ਕਰੋਜਨ ਨੂੰ ਡਿਫਾਈਨ ਕਰ ਸਕਦੇ ਹੋ ਤੁਸੀਂ ਕੁਐਸਚਨ ਦੇ ਵਿੱਚ, ਪ੍ਰੋਸੈਸ ਆਫ ਡਿਟਰੀਸ਼ਨ ਆਫ ਮੈਟਲ ਐਜ਼ ਅ ਰਿਜ਼ਲਟ ਆਫ ਇਟਸ ਰਿਐਕਸ਼ਨ ਵਿਦ ਏਅਰ ਔਰ ਵਾਟਰ, ਜਿਹਦੇ ਕਰਕੇ ਜਨਰਲੀ ਆਕਸਾਈਡ ਬਣਦੇ ਆ ਤੇ ਇਹ ਜਿਹੜਾ ਮੈਟਲ ਹੈ ਉਹ ਆਕਸਾਈਡ ਬਣ ਕੇ ਆਪਣਾ ਜਿਹੜਾ ਉਹਦਾ ਨੇਚਰ ਹੈ ਉਹ ਖੋਣ ਲੱਗ ਜਾਂਦਾ ਹੈ। ਇਹਨੂੰ ਤੁਸੀਂ ਰਸਟਿੰਗ ਆਫ ਆਇਰਨ ਦੀ ਜੋ ਰਿਐਕਸ਼ਨ ਹੈ ਇਲੈਕਟ੍ਰੋਕੈਮੀਕਲ ਥਿਊਰੀ ਦੇ ਨਾਲ ਅਸੀਂ ਦੇਖ ਸਕਦੇ ਹਾਂ। ਇੱਥੇ ਤੁਸੀਂ ਇੱਕ ਨਾਨ ਯੂਨੀਫਾਰਮ ਮੈਟਲ ਸਰਫੇਸ ਬਿਹੇਵ ਐਜ਼ ਇਲੈਕਟ੍ਰੋਲਿਟਿਕ ਸੈੱਲ ਦੀ ਤਰ੍ਹਾਂ ਇਹ ਬਿਹੇਵ ਕਰ ਰਿਹਾ ਹੈ ਜੀ। ਠੀਕ ਹੈ, ਐਨੋਡ ਹੈ ਤੇ ਆ ਜੋ ਉੱਤੇ ਸਰਫੇਸ ਹੈ ਕੈਥੋਡ ਹੈ। ਠੀਕ ਹੈ ਜੀ, ਆਇਰਨ ਜਿਹੜਾ ਬਲਕ ਹੈ ਐਨੋਡ ਹੈ। ਇੱਥੇ ਅਸੀਂ ਦੇਖ ਰਹੇ ਹਾਂ ਕਿ ਜੋ ਰਿਐਕਸ਼ਨ ਹੈ ਉਹ ਕਿਸ ਤਰ੍ਹਾਂ ਦੀ ਹੈ। ਐਟ ਐਨੋਡ ਜੋ ਆਇਰਨ ਹੈ ਐਨੋਡ ਤੇ ਆਇਰਨ ਡਿਸੋਸੀਏਟ ਹੋ ਰਿਹਾ, ਆਇਰਨ 2 ਪੋਜ਼ਿਟਿਵ ਤੇ 2 ਇਲੈਕਟ੍ਰੋਨ। ਇਹ 2 ਇਲੈਕਟ੍ਰੋਨ ਜੋ ਆਕਸੀਡੇਸ਼ਨ ਹੋਈ ਹੈ ਇੱਥੇ ਲਾਸ ਆਫ ਇਲੈਕਟ੍ਰੋਨ, ਇਹ ਜਿਹੜੇ ਨੇ ਸੋਲਿਊਸ਼ਨ 'ਚ ਪਾਸ ਕਰਦੇ ਆ, ਜਿਹੜਾ ਉੱਪਰ ਸਰਫੇਸ ਦੇ ਉੱਤੇ ਮੋਇਸਚਰ ਕਰਕੇ ਲੇਅਰ ਬਣੀ ਹੈ, ਪਾਣੀ ਦੀ ਜ਼ਰੂਰਤ ਹੈਗੀ ਹੈ ਕਰੋਜਨ ਦੇ ਲਈ। ਆਕਸੀਡੇਸ਼ਨ ਤੋਂ ਬਾਅਦ ਇਲੈਕਟ੍ਰੋਨ ਜਿਹੜੇ ਗਏ ਸੋਲਿਊਸ਼ਨ ਦੇ ਵਿੱਚ, ਉਹ ਸੋਲਿਊਸ਼ਨ 'ਚ ਜਾ ਕੇ ਇਲੈਕਟ੍ਰੋਨਸ ਜਿਹੜੇ ਇਸ ਸਿਸਟਮ ਤੋਂ, ਠੀਕ ਹੈ, ਇਲੈਕਟ੍ਰੋਨਸ ਇਹਨੂੰ ਕੈਥੋਡ ਦਾ ਰਿਐਕਸ਼ਨ ਕਰਨਗੇ। ਸੋ ਇਹ ਕੈਥੋਡ ਦਾ ਜੋ ਰਿਐਕਸ਼ਨ ਹੋਏਗਾ ਇੱਥੇ, ਜਿਹਦੇ ਨਾਲ ਇਹ ਆਕਸੀਜਨ ਨੂੰ ਬ੍ਰੇਕ ਕਰਨਗੇ, ਆਕਸੀਜਨ ਨੂੰ ਬ੍ਰੇਕ ਕਰਕੇ ਇੱਥੇ ਜਿਹੜਾ ਇਹ ਵਾਟਰ ਬਣੇਗਾ, ਇਹ ਵਾਟਰ ਤੇ ਆਇਰਨ 2 ਪੋਜ਼ਿਟਿਵ ਰਿਐਕਟ ਕਰਕੇ ਆਇਰਨ ਆਕਸਾਈਡ ਬਣਾਉਣਗੇ। ਸੋ Fe2O3 ਜੋ ਰਸਟ ਬਣੇਗੀ ਇੱਥੇ, ਇਹ ਨਾਲ ਇਹ ਵਾਟਰ ਦੇ ਜਿਹੜੇ ਮੋਲੀਕਿਊਲਸ ਨੇ ਐਸੋਸੀਏਟ ਹੋ ਜਾਣਗੇ, ਇਹ ਰਸਟ ਬਣ ਜਾਏਗੀ ਆਪਣੀ ਇੱਦਾਂ ਕੈਥੋਡ ਤੇ ਉੱਪਰ ਲੇਅਰ ਦੇ ਉੱਤੇ, ਮਤਲਬ ਸਰਫੇਸ ਦੇ ਉੱਤੇ। ਸੋ ਇਹ ਮੈਂ ਬੜਾ ਕੁਇਕਲੀ ਤੁਹਾਨੂੰ ਇਲੈਕਟ੍ਰੋਕੈਮੀਕਲ ਜਾਂ ਇਲੈਕਟ੍ਰੋਕੈਮਿਸਟਰੀ ਦਾ ਜੋ ਟੌਪਿਕ ਹੈ ਆਪਣੇ ਜਰਨਲ ਬੇਸਿਕ ਕਲਾਸਿਸ ਦੇ ਵਿੱਚ ਇੰਪੋਰਟੈਂਟ ਕੁਐਸਚਨਸ ਦਾ ਤਾਂ ਤੁਹਾਨੂੰ ਪਤਾ ਲੱਗਿਆ ਹੋਏਗਾ, ਇੰਪੋਰਟੈਂਟ ਕਨਸੈਪਟਸ ਦਾ ਪਤਾ ਲੱਗਿਆ ਹੋਏਗਾ। ਠੀਕ ਹੈ ਜੀ, ਇਹ ਤੁਸੀਂ ਯੂਜ਼ ਕਰ ਸਕਦੇ ਹੋ ਐਜ਼ ਏ ਨੋਟਸ ਵੀ। ਜੋ +2 ਤੱਕ ਨੇ ਉਹਨਾਂ ਲਈ ਤਾਂ ਬਹੁਤ ਹੀ ਅੱਛਾ ਹੈ ਕਿ ਇਹਦੇ ਗੋ ਥਰੂ ਹੋ ਜਾਓ ਇੱਕ ਵਾਰੀ। ਹਾਂ, ਐਡੀਸ਼ਨਲ ਕੁਐਸਚਨ ਬਹੁਤ ਸਾਰੇ ਤੁਸੀਂ ਕੱਢ ਸਕਦੇ ਹੋ, ਬੜੇ ਇਨ ਡੈਪਥ ਕੁਐਸਚਨ ਤੁਹਾਨੂੰ IIT JEE ਲੈਵਲ ਦੇ ਵੀ ਆ ਸਕਦੇ ਆ, ਬਟ ਮਾਸਟਰ ਕੈਡਰ ਵਾਲਿਆਂ ਆਪਣੇ ਜੋ ਪ੍ਰਪੇਅਰ ਕਰ ਰਹੇ ਨੇ ਉਹਨਾਂ ਲਈ ਹੈਲਪਫੁਲ ਹੋ ਸਕਦਾ ਹੈ। ਤਾਂ ਗੋ ਥਰੂ ਦ ਨੋਟਸ ਤੇ ਤਾਂ ਕਿ ਤੁਹਾਨੂੰ ਕੁਇਕਲੀ ਇੱਕ ਰਿਵੀਜ਼ਨ ਮਿਲ ਜਾਏ ਕਿ ਕਿਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਨੇ। ਥੈਂਕ ਯੂ।